ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅੰਮ੍ਰਿਤਸਰ ਵਿੱਚ 7 ਸਾਲਾਂ ਧੀ ਨੂੰ ਮਾਰ ਕੇ ਮਾਂ ਨੇ ਲਗਾਈ ਅੱਗ। ਸੰਗਰੂਰ ਵਿੱਚ ਪੈਟਰੋਲ ਪੰਪ ਤੇ ਚੌਂਕੀਦਾਰ ਦਾ ਕਤਲ। ਭਾਂਬੜ ਵਾਂਗ ਮਚਿਆ ਕਿਸਾਨਾਂ ਦਾ ਗੁੱਸਾ, ਮੋਦੀ ਦਾ ਕੀਤਾ ਪਿੱਟ ਸਿਆਪਾ। ਲੁਧਿਆਣਾ ਵਿੱਚ ਹਥਿਆਰਬੰਦ ਲੁਟੇਰੇ 8 ਲੱਖ ਦੀ ਨਕਦੀ ਲੁੱਟ ਕੇ ਹੋਏ ਫਰਾਰ। ਤੇ ਫਾਜ਼ਿਲਕਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦਾਦੀ ਪੋਤੀ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਵਿੱਚ ਬੀਤੀ ਰਾਤ ਇੱਕ 7 ਸਾਲਾਂ ਧੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੀ ਕਲਯੁਗੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਜਾਣਕਾਰੀ ਦਿੰਦਿਆਂ ਮਹਿਲਾ ਸਬ ਇੰਸਪੈਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਖਿਆਲਾ ਖੁਰਦ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਆਪਣੀ ਹੀ ਧੀ ਅਰਸ਼ਦੀਪ ਕੌਰ ਨੂੰ ਧੌਣ ਵਿੱਚ ਦਾਤਰ ਮਾਰ ਕੇ ਮਾਰ ਦਿੱਤਾ ਸੀ, ਜਿਸ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਲੋਪੋਕੇ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਹਰਪ੍ਰੀਤ ਕੌਰ ਕੋਲੋਂ ਵਾਰਦਾਤ ਸਮੇਂ ਵਰਤਿਆ ਦਾਤਰ ਬਰਾਮਦ ਕੀਤਾ ਜਾਵੇਗਾ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਾਰਦਾਤ ਸਮੇਂ ਉਸ ਨਾਲ ਕੋਈ ਹੋਰ ਵਿਅਕਤੀ ਨਾਲ ਤਾਂ ਨਹੀਂ ਸੀ। ਉਧਰ ਆਪਣੀ ਧੀ ਦਾ ਕਤਲ ਕਰਨ ਵਾਲੀ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਕੌਰ ਰੋਜ਼ਾਨਾ ਦੀ ਤਰ੍ਹਾਂ ਕੱਲ ਵੀ ਸਿਰ ਵਾਹੁਣ ਸਮੇਂ ਤੰਗ ਪਰੇਸ਼ਾਨ ਕਰ ਰਹੀ ਸੀ, ਜਿਸ ਦੇ ਗੁੱਸੇ ਵਿੱਚ ਆ ਕੇ ਮੈਂ ਗੁੱਸੇ ਵਿੱਚ ਆ ਕੇ ਉਸਦੇ ਘਰ ਵਿੱਚ ਪਏ ਦਾਤਰ ਨਾਲ ਵਾਰ ਕਰ ਦਿੱਤਾ ਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਬਾਹਰ ਲਿਜਾ ਕੇ ਅੱਗ ਲਗਾ ਦਿੱਤੀ। ਸਾਨੂੰ ਗੁਰਪ੍ਰੀਤ ਸਿੰਘ ਨੇ ਇਤਲਾਹ ਦਿੱਤੀ ਸੀਗੀ ਕਿ ਉਹਦੀ 7 ਸਾਲ ਦੀ ਬੱਚੀ ਅਰਸ਼ਦੀਪ ਕੌਰ ਨੂੰ ਉਹਦੀ ਖੁਦ ਦੀ ਮਾਤਾ ਨੇ ਮਦਰ ਨੇ ਉਹਨੂੰ ਮਾਰ ਕੇ ਤੇ ਅੱਧ ਜਲੀ ਹਾਲਤ ਵਿੱਚ ਛੱਪੜ ਦੇ ਕੰਢੇ ਸੁੱਟਿਆ, ਜਿਸ 'ਤੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆ ਕੇ 302 ਧਾਰਾ 201 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਤੇ ਮੁੱਢਲੀ ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਆ। ਹਾਂਜੀ, ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਸਾਹਿਬ ਨੇ 2 ਦਿਨ ਦਾ ਰਿਮਾਂਡ ਪੁਲਿਸ ਰਿਮਾਂਡ ਫਰਮਾਇਆ ਵਾ। ਹੁਣ ਇਹਦੇ ਕੋਲੋਂ ਹਥਿਆਰ ਹਥਿਆਰ ਨਾਲ ਮਾਰਿਆ ਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਸ਼ਾਮਲ, ਇਹਦੇ ਸੰਬੰਧੀ ਤਫਤੀਸ਼ ਕੀਤੀ ਜਾਵੇਗੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਸੀਰਕ ਦੇ ਪੈਟਰੋਲ ਪੰਪ ਤੇ ਕੁਝ ਵਿਅਕਤੀਆਂ ਵੱਲੋਂ ਪੈਟਰੋਲ ਪੰਪ ਦੇ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਦੱਸਿਆ ਕਿ ਭਵਾਨੀਗੜ੍ਹ ਦਿੜਬਾ ਜਾਂਦੀ ਲਿੰਕ ਸੜਕ ਤੇ ਉਹਨਾਂ ਦੇ ਪਿੰਡ ਬਾਸੀਰਕ ਤੋਂ ਦਿਆਲਗੜ੍ਹ ਜੇਜੀਆ ਨੂੰ ਜਾਂਦੀ ਸੜਕ ਤੇ ਸਥਿਤ ਪੈਟਰੋਲ ਪੰਪ ਤੇ ਚੌਂਕੀਦਾਰ ਦੀ ਡਿਊਟੀ ਨਿਭਾਉਂਦੇ ਗੁਰਦੇਵ ਸਿੰਘ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਪੈਟਰੋਲ ਪੰਪ ਤੇ ਗਿਆ, ਪਰ ਸਵੇਰੇ ਲੋਕਾਂ ਨੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਪੈਟਰੋਲ ਪੰਪ ਤੇ ਪਈ ਦੇਖੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿੰਨੇ ਟਾਈਮ ਤੋਂ ਡਿਊਟੀ ਕਰ ਰਹੇ ਸੀ? 4-5 ਮਹੀਨੇ ਹੋਏ ਨੇ ਜੀ। ਕੀ ਲੱਗਦਾ ਤੁਹਾਨੂੰ ਵੀ ਲੁੱਟ ਖੋਹ ਦਾ ਮਸਲਾ ਜਾਂ ਕੋਈ ਆਪਸੀ ਰੰਜਿਸ਼ ਕੋਈ ਇਦਾਂ ਦਾ ਕੋਈ ਹੈ? ਨਾ ਜੀ, ਇੱਦਾਂ ਦਾ ਕੋਈ ਗੱਲਬਾਤ ਹੈ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ, ਕੋਈ ਹੋਰ ਨਹੀਂ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਜੀ। ਕੋਈ ਪਤਾ ਲੱਗਿਆ ਕਿਉਂਕਿ ਪੁਲਿਸ ਵੀ ਪਹੁੰਚੀ ਹੋਈ ਹੈ, ਕੋਈ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੀ ਗੱਲ ਹੈ, ਕਿਹਦੇ ਨਾਲ ਕਤਲ ਹੋਇਆ? ਰਾੜਾ ਕਹਿੰਦੇ ਨਹੀਂ, ਰਾੜਾ ਮਾਰੀਆਂ ਨੇ, ਸੁੱਤੇ ਪਏ ਦੇ, ਹਾਂ ਸੁੱਤੇ ਪਏ ਦੇ ਰਾੜਾ ਮਾਰੀਆਂ ਨੇ ਤੇ ਸਿਰ ਭੰਨਿਆ ਜੀ। ਹਾਂ, ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ ਬਸ ਵੀ ਕਾਰਵਾਈ ਕਰੀ ਜਾਵੇ ਜੀ ਇਹ ਚੀਜ਼ 'ਤੇ। ਕੱਲ੍ਹ ਨੂੰ ਅੱਜ ਮੇਰੇ ਡੈਡੀ ਨਾਲ ਹੋਇਆ, ਕੱਲ੍ਹ ਨੂੰ ਕੋਈ ਹੋਰ ਆ ਕੇ ਚੌਕੀਦਾਰੀ ਕਰੂਗਾ, ਕੱਲ੍ਹ ਉਹਨਾਂ ਨਾਲ ਵੀ ਹਾਦਸਾ ਹੋ ਸਕਦਾ। ਇਹ ਸਾਨੂੰ ਅੱਜ ਸਵੇਰੇ ਇਤਲਾਹ ਮਿਲੀ ਹੈ ਜੀ, ਗੁਰਦੇਵ ਸਿੰਘ ਵਾਸੀ ਅਰਕ ਇੱਥੇ ਰਾਤ ਨੂੰ ਚੌਕੀਦਾਰੀ ਦਾ ਪੈਟਰੋਲ ਪੰਪ ਤੇ ਕੰਮ ਕਰਦੇ ਸੀਗੇ। ਉਹਨਾਂ ਦੀ ਤੇਜ਼ਧਾਰ ਹਥਿਆਰ ਨਾਲ ਜਿਹੜੀ ਹੈਗੀ ਹੈ ਹੱਤਿਆ ਕੀਤੀ ਗਈ ਹੈ, ਮਰਡਰ ਹੋਇਆ। ਤਾਂ ਉਹਦੀ ਹੁਣ ਇਤਲਾਹ ਮਿਲਣ 'ਤੇ ਅਸੀਂ ਪਹੁੰਚੇ ਮੌਕੇ 'ਤੇ, ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਬਾਰੇ ਕੁਝ ਵੀ ਹਜੇ ਕਹਿਣਾ ਮੁਸ਼ਕਿਲ ਹੈ। ਹਜੇ ਜਦੋਂ ਇਨਵੈਸਟੀਗੇਸ਼ਨ 'ਚ ਕੁਝ ਚੀਜ਼ ਨਿਕਲ ਕੇ ਆਊਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਕੋਈ ਸੀਸੀਟੀਵੀ ਕੈਮਰੇ ਫੁਟੇਜ ਵਗੈਰਾ ਕੋਈ ਸਭ ਕੁਝ ਚੈੱਕ ਕਰ ਰਹੇ ਹਾਂ ਜੀ, ਇਹ ਸਾਰੀਆਂ ਚੀਜ਼ਾਂ ਹਜੇ ਵੈਰੀਫਾਈ ਕਰ ਰਹੇ ਹਾਂ। ਕੋਈ ਲੁੱਟ ਖੋਹ ਦੀ ਸ਼ੰਕਾ ਜੀ ਕੋਈ ਇਸ ਤਰ੍ਹਾਂ ਦਾ? ਨਹੀਂ, ਉਹ ਇਹੋ ਜਿਹਾ ਕੁਝ ਹੋਇਆ ਨਹੀਂ ਹੈਗਾ। ਪੰਪ ਦੇ ਉੱਤੇ ਕੋਈ ਲੁੱਟ ਖੋਹ ਦੀ ਕੋਈ ਗੱਲ ਪਾਈ ਨਹੀਂ ਗਈ ਹੈ ਹਜੇ ਤੱਕ। ਤੇ ਬਾਕੀ ਸੀਸੀਟੀਵੀ ਹੈ, ਹੋਰ ਵੀ ਚੀਜ਼ਾਂ ਹੈਗੀਆਂ ਨੇ, ਉਹ ਸਾਰਾ ਚੱਲ ਰਿਹਾ, ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਸਰ ਕੋਈ ਰੰਜਿਸ਼ ਦੇ ਦਾ ਕੋਈ ਮਸਲਾ ਜਾਂ ਕੋਈ ਐਸਾ? ਸਾਰੇ ਐਸਪੈਕਟਸ ਅਸੀਂ ਚੈੱਕ ਕਰਾਂਗੇ ਡਿਊਰਿੰਗ ਇਨਵੈਸਟੀਗੇਸ਼ਨ। ਹਜੇ ਤਾਂ ਜਸਟ ਇਹ ਸਟਾਰਟ ਕੀਤਾ, ਸਾਰੇ ਜਿਹੜੇ ਐਂਗਲ ਨੇ ਉਹਨਾਂ ਦੇ ਉੱਤੇ ਵਰਕ ਕਰ ਰਹੇ ਹਾਂ। ਜਦੋਂ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਕਿਸਾਨ ਮਾਰੂ ਆਰਡੀਨੈਂਸਾਂ ਦੇ ਵਿਰੋਧ ਵਜੋਂ ਜਿੱਥੇ ਪਹਿਲਾਂ ਲਗਾਤਾਰ 3 ਮਹੀਨਿਆਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਰੋਸ ਧਰਨਿਆਂ ਦਾ ਸਿਲਸਿਲਾ ਜਾਰੀ ਸੀ, ਉੱਥੇ ਕਿਸਾਨਾਂ ਅੰਦਰ ਮੋਦੀ ਸਰਕਾਰ ਖਿਲਾਫ ਪਾਏ ਜਾ ਰਹੇ ਭਾਰੀ ਰੋਸ ਲਹਿਰ ਦੀ ਚੰਗਿਆੜੀ ਹੁਣ ਪਿੰਡ ਪੱਧਰ ਤੇ ਵੀ ਅਰਥੀ ਫੂਕ ਮੁਜ਼ਾਹਰੇ ਤੇ ਪਿੱਟ ਸਿਆਪਿਆਂ ਦੇ ਰੂਪ ਵਿੱਚ ਵੱਖ-ਵੱਖ ਸੰਪਰਕ ਅਤੇ ਮੁੱਖ ਮਾਰਗਾਂ ਤੇ ਦੇਖਣ ਨੂੰ ਆਮ ਮਿਲ ਰਹੀ ਹੈ। ਕਿਸਾਨਾਂ ਅੰਦਰ ਮੋਦੀ ਸਰਕਾਰ ਖਿਲਾਫ ਇਸ ਕਦਰ ਗੁੱਸੇ ਦੀ ਅੱਗ ਦੇ ਭਾਂਬੜ ਮੱਚ ਚੁੱਕੇ ਹਨ ਕਿ ਕਿਸਾਨ ਹੁਣ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਦਾ ਮਨ ਬਣਾ ਚੁੱਕੇ ਹਨ। ਇਹਨਾਂ ਰੋਸ ਮੁਜ਼ਾਹਰਿਆਂ ਦੀ ਕੜੀ ਨਾਲ ਜੁੜਦੇ
ਮਾਰਦਿਆਂ ਅੱਜ ਦਾਣਾ ਮੰਡੀ ਪੁਰਾਣਾ ਸ਼ਾਲਾ ਵਿਖੇ ਪਗੜੀ ਸੰਭਾਲ ਜੱਟਾ ਲਹਿਰ ਕਿਸਾਨ ਜਥੇਬੰਦੀ ਦੇ ਝੰਡੇ ਹੇਠਾਂ ਇਲਾਕੇ ਦੇ ਕਾਂਗਰਸੀ ਅਤੇ ਅਕਾਲੀ ਆਗੂਆਂ ਦਾ ਇੱਕ ਵੱਡਾ ਇਕੱਠ ਹੋਇਆ। ਕਿਸਾਨ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਅਸੀਂ ਸਾਰੇ ਕਿਸਾਨ ਜਿਹੜੇ ਆ ਇਹ ਆਰਡੀਨੈਂਸ ਦੇ ਖਿਲਾਫ ਆ, ਕਿਉਂਕਿ ਇਹਦੇ ਵਿੱਚ ਕੋਈ ਧੜੇਬੰਦੀ ਨਹੀਂ ਰਹੀ, ਨਾ ਕਾਂਗਰਸ ਰਹੀ ਆ, ਨਾ ਅਕਾਲੀ ਦਲ, ਨਾ ਆਪ। ਸਾਰੇ ਕਿਸਾਨ ਜਿਹੜੇ ਵੀ ਆ ਸਾਰੇ ਇੱਕ ਝੰਡੇ ਥੱਲੇ ਹੁਣ ਇਕੱਠੇ ਨੇ। ਜਿੰਨਾ ਚਿਰ ਆਰਡੀਨੈਂਸ ਕੈਂਸਲ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਜਥੇਬੰਦੀਆਂ ਇੱਦਾਂ ਧਰਨੇ ਲਾਉਂਦੀਆਂ ਰਹਿਣਗੀਆਂ, ਮੋਦੀ ਨੂੰ ਮਜਬੂਰ ਕਰ ਦੇਣਗੀਆਂ ਇਹ ਜਿਹੜੇ ਆਰਡੀਨੈਂਸ ਵਾਪਸ ਲੈਣ ਵਾਸਤੇ। ਕਿਉਂਕਿ ਜਦੋਂ ਮੋਦੀ ਸੱਤਾ ਦੇ ਵਿੱਚ ਆਇਆ ਸੀ ਇੱਕ ਝੂਠ ਬੋਲ ਕੇ ਆਇਆ ਸੀ ਵੀ ਆਪਾਂ ਜਿਹੜੇ ਆ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਲਾਗੂ ਕਰਾਂਗੇ, ਪਰ ਸਵਾਮੀਨਾਥਨ ਦੀ ਕਮਿਸ਼ਨ ਉਹਨੇ ਰਿਪੋਰਟ ਲਾਗੂ ਕੀ ਕਰਨੀ ਸੀ, ਸਾਡੇ ਤੇ ਉਲਟਾ ਇਹ ਆਰਡੀਨੈਂਸ ਥੋਪ ਕੇ ਸਾਡਾ ਜਿਹੜਾ ਇਹਨੇ ਮਾਰਨ ਦਾ ਕੰਮ ਕੀਤਾ। ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਕੁਛ ਨਹੀਂ ਰਿਹਾ। ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਸਰਕਾਰਾਂ ਨੂੰ, ਸਾਰੇ ਲੀਡਰਾਂ ਨੂੰ, ਕਾਂਗਰਸ ਨੂੰ, ਅਕਾਲੀ ਦਲ ਨੂੰ, ਆਪ ਨੂੰ ਕਿ ਸਾਡੇ ਇਹਨਾਂ ਧਰਨਿਆਂ ਦੇ ਵਿੱਚ ਆ ਕੇ ਬੈਠਣ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਵਾਕਿਆ ਤੁਸੀਂ ਸਾਡੇ ਹਤੈਸ਼ੀ ਏ। ਜੇ ਤੁਸੀਂ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ ਤੇ ਫਿਰ ਕਿਸਾਨ ਐਡੇ ਭੋਲੇ ਵੀ ਨਹੀਂ ਗਏ। ਤੁਹਾਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਬਕ ਸਿਖਾ ਦੇਣਗੇ। ਮੈਂ ਮੋਦੀ ਨੂੰ ਫੇਰ ਇੱਕ ਵਾਰਨਿੰਗ ਦੇਣੀ ਚਾਹੁੰਦਾ ਕਿ ਜਿੰਨਾ ਚਿਰ ਆਰਡੀਨੈਂਸ ਕੈਂਸਲ ਨਹੀਂ ਹੋਏ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ ਸਾਰੀਆਂ ਇੱਕ ਝੰਡੇ ਹੋ ਕੇ ਪਲੇਟਫਾਰਮ ਇੱਕ ਦੇ ਥੱਲੇ ਹੋ ਕੇ ਇਕੱਠੇ ਤਾਲਿਆ ਜਿਹੜਾ ਨਾਕੇ ਦਮ ਕਰ ਦੇਣਗੀਆਂ। ਲੁਧਿਆਣਾ ਦੇ ਪ੍ਰਤਾਪ ਚੌਂਕ ਨੇੜੇ ਅੱਜ ਸ਼ਾਮ 4 ਹਥਿਆਰਬੰਦ ਲੁਟੇਰੇ ਇੱਕ ਫੈਕਟਰੀ ਵਰਕਰ ਨੂੰ ਜ਼ਖਮੀ ਕਰਨ ਉਪਰੰਤ ਉਸ ਪਾਸੋਂ 8 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੰਗਣਵਾਲ ਸਥਿਤ ਆਦਨਾਥ ਫੈਕਟਰੀ ਵਿੱਚ ਕੰਮ ਕਰਦੇ ਉਪਿੰਦਰ ਗੁਪਤਾ ਅੱਜ ਕਿਸੇ ਪਾਰਟੀ ਤੋਂ ਨਕਦੀ ਲੈ ਕੇ ਵਾਪਸ ਕੰਗਣਵਾਲ ਜਾ ਰਿਹਾ ਸੀ। ਜਦੋਂ ਪ੍ਰਤਾਪ ਚੌਂਕ ਨੇੜੇ ਪਹੁੰਚਿਆ ਤਾਂ 2 ਮੋਟਰਸਾਈਕਲਾਂ ਤੇ ਸਵਾਰ 4 ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਕਦੀ ਵਾਲੇ ਬੈਗ ਦੀ ਮੰਗ ਕੀਤੀ। ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇੱਕ ਲੁਟੇਰੇ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ, ਜਦਕਿ ਦੂਸਰੇ ਨੇ ਦਾਤ ਨਾਲ ਹਮਲਾ ਕਰ ਦਿੱਤਾ। ਇਹ ਲੁਟੇਰੇ ਭੁਪਿੰਦਰ ਗੁਪਤਾ ਦਾ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤੁਸੀਂ ਵੀ ਫੋਲੋ ਕਰ ਰਹੇ ਹੋ, ਮੈਂ ਵੀ ਹੁਣੇ ਆਇਆ। ਜੋ ਮੈਨੂੰ ਸਾਰੇ ਦਾ ਪਤਾ ਲੱਗਿਆ ਹੈ ਕਿ ਉਹ ਇਹ ਕਹਿ ਰਿਹਾ ਹੈ ਜਿਹੜਾ ਵਿਕਟਮ ਹੈ ਕਿ ਮੇਰੇ ਮਿਰਚਾਂ ਪਾ ਕੇ ਔਰ ਪੈਸੇ ਖੋਹ ਕੇ ਲੈ ਗਏ ਆ, ਸੱਟ ਮਾਰ ਕੇ। ਅਸੀਂ ਇਹ ਤਹਿਕੀਕਾਤ ਕਰ ਰਹੇ ਹਾਂ, ਸਾਰੀ ਗੱਲ ਕਲੀਅਰ ਕਰਕੇ ਕਾਰਵਾਈ ਕਰ ਰਹੇ ਹਾਂ। ਸਰ ਕੋਈ ਇਹ ਸਟੇਜ 'ਤੇ ਮੁਸ਼ਕਿਲ ਹੈ ਕੋਈ ਵੀ ਗੱਲ ਕਰਨੀ। ਫਸਟ ਆਫ ਆਲ ਅਸੀਂ ਆਪਣਾ ਕਾਰਵਾਈ ਸ਼ੁਰੂ ਕਰੀਏ ਔਰ ਉਸ ਤੋਂ ਬਾਅਦ ਇਹਦੀ ਡਿਟੇਲ 'ਚ ਇਨਵੈਸਟੀਗੇਸ਼ਨ ਹੋਊਗੀ, ਫਿਰ ਹੀ ਕੋਈ ਤੱਥ ਸਾਹਮਣੇ ਆਉਣਗੇ ਵੀ ਅਸਲੀਅਤ ਕੀ ਹੈਗੀ। ਸਰ ਹਥਿਆਰ ਵੀ ਕੋਈ ਮਾਰੂ ਹਥਿਆਰ ਤੁਸੀਂ ਵੀ ਦੇਖਿਆ, ਉਹੀ ਮੈਂ ਦੇਖਿਆ ਜੀ, ਔਰ ਉਹਦੇ ਸੱਟ ਵੀ ਲੱਗੀ ਹੈਗੀ ਹੈ। ਉਹਦੀ ਅਸੀਂ ਉਹਦੀ ਪੁੱਛਗਿੱਛ ਪਹਿਲੇ ਤਾਂ ਉਹਦੇ ਅਸੀਂ ਫਸਟ ਏਡ ਦਿੰਦੇ ਹਾਂ, ਫਿਰ ਉਹਦੀ ਡਿਟੇਲ ਦੇ ਵਿੱਚ ਪੁੱਛਗਿੱਛ ਕਰਕੇ ਵੀ ਪੈਸੇ ਕਿੱਥੋਂ ਲੈ ਕੇ ਆਇਆ, ਕਿਵੇਂ ਪਤਾ ਚੱਲਿਆ ਵੀ ਇਹਦੇ ਕੋਲ ਪੈਸੇ ਆ। ਇਹ ਵੀ ਇੱਕ ਵਿਚਾਰਨ ਦੀ ਗੱਲ ਹੈ। ਜਿਹੜੇ ਰਸਤੇ ਤੁਸੀਂ ਖੜੇ ਹੋ ਤੁਸੀਂ ਉਹਨੇ ਜ਼ਿਆਦਾ ਭਲੀ ਭਾਂਤੀ ਇਸ ਗੱਲ ਨੂੰ ਸਮਝਦੇ ਹੋਵੋਗੇ। ਇਹਦਾ ਇਹ ਰੂਟ ਹੈ ਕਿ ਇਹ ਰੋਜ਼ ਇੱਧਰ ਦੀ ਲੈ ਕੇ ਆਉਂਦਾ ਹੈ, ਜਿਹੜੇ ਦਿਨੀ ਪੈਸੇ ਲਿਆਉਂਦੇ, ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਉਹਨੂੰ ਕਲੀਅਰ ਕਰਕੇ ਫਿਰ ਤੁਹਾਨੂੰ ਸਾਂਝੀ ਕਰਾਂਗੇ। ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਵਾਪਰੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਾਦੀ ਪੋਤੀ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿੱਚ 2 ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਾਜ਼ਿਲਕਾ ਦੇ ਰਹਿਣ ਵਾਲੀ ਦਾਦੀ ਪੋਤੀ ਅਤੇ ਇੱਕ ਹੋਰ ਔਰਤ ਜਲਾਲਾਬਾਦ ਜਾ ਰਹੀਆਂ ਸਨ। ਇਸ ਦੌਰਾਨ ਉਹਨਾਂ ਨੇ ਇੱਕ ਟਰੈਕਟਰ ਟਰਾਲੀ ਤੋਂ ਜਲਾਲਾਬਾਦ ਜਾਣ ਲਈ ਮਦਦ ਮੰਗੀ ਅਤੇ ਉਸ ਤੇ ਸਵਾਰ ਹੋ ਕੇ ਜਲਾਲਾਬਾਦ ਨੂੰ ਚੱਲ ਪਏ। ਜਦੋਂ ਟਰੈਕਟਰ ਟਰਾਲੀ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਪਿੰਡ ਜੱਟਵਾਲੀ ਦੇ ਨੇੜੇ ਪੁੱਜੀ ਤਾਂ ਇੱਕ ਟਰੱਕ ਘੋੜਾ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਦਾਦੀ ਪੋਤੀ ਟਰੱਕ ਹੇਠਾਂ ਆ ਕੇ ਕੁਚਲੇ ਗਏ, ਜਦੋਂ ਕਿ ਉਹਨਾਂ ਨਾਲ ਜਾ ਰਹੀ ਔਰਤ ਅਤੇ ਟਰੈਕਟਰ ਟਰਾਲੀ ਦਾ ਡਰਾਈਵਰ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸਰਵਤੀ ਦੇਵੀ ਅਤੇ ਨਿਸ਼ਾ ਰਾਣੀ ਵਾਸੀ ਮਾਧਵ ਨਗਰੀ ਫਾਜ਼ਿਲਕਾ ਦੇ ਰੂਪ ਵਿੱਚ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਟਰੈਕਟਰ ਚਾਲਕ ਹਰਦੀਪ ਸਿੰਘ ਅਤੇ ਇੱਕ ਹੋਰ ਔਰਤ ਫੂਲਾ ਦੇਵੀ ਦੇ ਰੂਪ ਵਿੱਚ ਹੋਈ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਨੇੜੇ ਪਿੰਡ ਜੱਟਵਾਲੀ ਟਰੈਕਟਰ ਟਰਾਲੀ ਅਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਐਕਸੀਡੈਂਟ ਕਾਰਨ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ, 2 ਵਿਅਕਤੀ ਜ਼ਖਮੀ ਨੇ। ਕੀ ਪਛਾਣ ਹੋਈ ਹੈ ਜੀ ਜਿਹੜੇ ਮ੍ਰਿਤਕਾਂ ਦੀ? ਕਿੱਦਾਂ ਕੀ ਨਾਮ? ਜਿਹੜੀ ਇੱਕ ਤਾਂ ਹੈ ਸਰਬਜੀਤ ਦੇਵੀ ਪਤਨੀ ਪਤਰਾ, ਦੂਸਰੀ ਲੜਕੀ ਹੈ ਨਿਸ਼ਾ ਰਾਣੀ ਪੁੱਤਰੀ ਰਮੇਸ਼ ਕੁਮਾਰ। ਇਹ ਮਾਧਵ ਨਗਰੀ ਫਾਜ਼ਿਲਕਾ ਦੇ ਰਹਿਣ ਵਾਲੇ ਨੇ। ਇਹ ਪਤਾ ਲੱਗਿਆ ਜੀ ਕਿੱਥੇ ਜਾ ਰਹੇ ਸੀਗੇ, ਕਿੱਥੋਂ? ਫਾਜ਼ਿਲਕਾ ਤੋਂ ਜਲਾਲਾਬਾਦ ਨੂੰ ਜਾ ਰਹੇ ਸੀ ਕੱਪੜੇ ਵੇਚਣ ਵਾਸਤੇ। ਅੱਛਾ ਜੀ, ਇਹ ਕਿਹਦੇ ਤੇ ਸਵਾਰ ਤੇ ਸੀਗੇ? ਟਰੈਕਟਰ ਟਰਾਲੀ ਦੇ। ਤੇ ਹਾਦਸਾ ਕਿਵੇਂ ਵਾਪਰਿਆ ਜੀ? ਇਹ ਸਭ ਪਿੱਛੋਂ ਤੇਜ਼ ਰਫ਼ਤਾਰ ਨਾਲ ਟਰੱਕ ਆ ਰਿਹਾ ਸੀ, ਜਿਹੜਾ ਲੋਡ ਸੀ ਸੀਮੈਂਟ ਨਾਲ, ਤੇਜ਼ ਰਫ਼ਤਾਰ ਹੋਣ ਕਾਰਨ
ਡਰਾਈਵਰ ਦੀ ਲਾਪਰਵਾਹੀ ਕਰਨਾ। ਜਿਹੜੇ ਫੱਟੜ ਹੋਏ ਨੇ ਉਹਨਾਂ ਦੀ ਪਛਾਣ ਕਿੱਦਾਂ ਹੋਈ ਹੈ ਜੀ ਕਿ ਕਿਸ ਨਾਂ ਤੇ ਹੋਈ ਹੈ ਜੀ? ਉਹ ਰਮੇਸ਼ ਕੁਮਾਰ ਜਿਹੜਾ ਵੀ ਇੰਜਰਡ ਸੀ ਉਹਨੇ ਪਛਾਣੀ। ਨਹੀਂ, ਜਿਹੜੇ ਇਸ ਹਾਦਸੇ ਜ਼ਖਮੀ ਹੋਏ ਨੇ ਉਹਨਾਂ ਦੇ ਕੀ ਨਾਂ ਨੇ ਜੀ? ਇੱਕ ਤਾਂ ਹਰਦੀਪ ਸਿੰਘ ਔਰ ਦੀਪਾ ਵਾਸੀ ਪੈਂਚਾਂ ਵਾਲੀ, ਦੂਸਰਾ ਹੈ ਫੁੱਲੋ ਦੇਵੀ ਪਤਨੀ ਕਾਲੂ ਰਾਮ, ਤੀਸਰਾ ਹੈ ਰਮੇਸ਼ ਕੁਮਾਰ। ਕੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪੁਲਿਸ ਵੱਲੋਂ? ਇਹ ਬਿਆਨ 'ਤੇ ਮੁਕੱਦਮਾ ਦਰਜ ਕਰ ਰਹੇ ਹਾਂ। 304A 279 427 IPC ਦਾ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੰਗਰੂਰ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਨੂੰ ਢਾਹ ਕੇ ਨਵਾਂ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਹਸਪਤਾਲ ਦੀ ਇਮਾਰਤ ਪੁਰਾਣੀ ਹੋਣ ਕਾਰਨ ਖਸਤਾ ਹੋ ਚੁੱਕੀ ਹੈ। ਸਿੱਧੂ ਅੱਜ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਜਾਂ ਚੜ੍ਹਦੇ ਵਰ੍ਹੇ ਵਿੱਚ ਸੰਗਰੂਰ ਦੇ ਸਿਵਲ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸਿਵਲ ਹਸਪਤਾਲ ਵਿੱਚ ਮਰੀਜ਼ਾਂ ਲਈ ICU ਵਾਰਡ, MRI, CT ਸਕੈਨ ਅਤੇ ਟਰੋਮਾ ਸੈਂਟਰ ਜਿਹੀਆਂ ਸੁਵਿਧਾਵਾਂ ਦੀ ਕਮੀ ਹੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਰੇਕ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਵੱਖਰਾ ਸਕੈਨ ਸੈਂਟਰ ਖੋਲ੍ਹੇ ਜਾਣ ਦੀ ਗੱਲ ਲਗਭਗ ਸਿਰੇ ਲੱਗ ਚੁੱਕੀ ਹੈ, ਪਰ ਕੋਰੋਨਾ ਮਹਾਮਾਰੀ ਦੇ ਆਉਣ ਕਾਰਨ ਇਸ ਕੰਮ ਵਿੱਚ ਦੇਰੀ ਹੋ ਰਹੀ ਹੈ। ਅੱਜ ਮੈਂ ਵੈਸੇ ਪਹਿਲਾਂ ਪਟਿਆਲਾ ਵਿੱਚ ਜਾ ਕੇ ਆਇਆ। ਜੋ ਸਰਕਾਰੀ ਹਸਪਤਾਲ ਸਾਡੇ ਸਟਾਫ ਹੈਗਾ ਜਾਂ ਅੱਜ ਦਾ ਕੀ ਸਟੇਟਸ ਹੈਗਾ ਜਾਂ ਜੋ ਇਸ ਵੇਲੇ ਹਾਲਾਤ ਨੇ ਪੰਜਾਬ ਦੇ, ਉਹ ਸਾਨੂੰ ਹੋਰ ਕੀ ਕੁਛ ਕਰਨ ਦੀ ਜ਼ਰੂਰਤ ਹੈਗੀ, ਉਹ ਸਾਰਾ ਕੁਛ ਬਾਤ ਕਰਨ ਵਾਸਤੇ ਆਇਆ ਮੈਂ। ਇਸ ਤੋਂ ਬਾਅਦ ਬਰਨਾਲਾ ਤੱਪਾ ਵੀ ਜਾਣਾ ਹੈਗਾ। ਅਤੇ ਦੂਜੀ ਗੱਲ ਇਹ ਹੈ ਕਿ ਵੀ ਥੋੜ੍ਹੀ ਪਰਮਾਤਮਾ ਦੀ ਕਿਰਪਾ ਹੋਈ ਹੈ ਆਪਣੇ ਪੰਜਾਬ 'ਤੇ ਕਿ 3-4 ਦਿਨ ਤੋਂ ਥੋੜ੍ਹਾ ਆਪਣਾ ਡੈਥ ਰੇਟ ਵੀ ਘਟਿਆ, ਪਲੱਸ ਕਿਉਰ ਰੇਟ ਵੱਧ ਗਿਆ ਹੈਗਾ, ਡਿਸਚਾਰਜ ਜ਼ਿਆਦਾ ਹੋ ਰਹੇ ਨੇ, ਐਕਟਿਵ ਕੇਸ ਘੱਟ ਆ ਰਹੇ ਨੇ। ਇਹ ਬੜੀ ਇੱਕ ਅੱਛਾ ਸਿਗਨਲ ਹੈਗਾ। ਪਰ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਸਾਡਾ 10-15 ਦਿਨ ਜਿਹੜਾ ਗਲਤ ਆਡੀਓ ਵੀਡੀਓ ਵਾਇਰਲ ਕਰਕੇ ਸਾਡੇ ਮਿਸ਼ਨ ਫਤਿਹ ਨੂੰ ਡਿਸਟਰਬ ਕੀਤਾ ਗਿਆ ਸੀ, ਉਹਦੇ ਨਾਲ ਸਾਡਾ ਪਿਛਲੇ ਦਿਨਾਂ 'ਚ ਜਿਹੜਾ 10-12 ਦਿਨ ਲਗਾਤਾਰ ਰਿਕਾਰਡ ਕਾਫੀ ਡਾਟਾ ਵੱਧਦਾ, ਅੰਕੜਾ ਵੱਧਦਾ ਰਿਹਾ। ਉਹਦੇ ਲਈ ਸਾਡੇ ਕੋਈ ਸ਼ਰਾਰਤੀ ਅੰਸਰ ਜਾਂ ਕੁਛ ਵਿਰੋਧੀ ਪਾਰਟੀ ਵੱਲੋਂ ਕੀਤਾ ਗਿਆ ਕੂੜ ਪ੍ਰਚਾਰ ਸੀ, ਜਿਹੜਾ ਆਡੀਓ ਵੀਡੀਓ ਵਾਇਰਲ ਹੋਈਆਂ ਸੀ, ਉਹਦੇ ਨਾਲ ਕਾਫੀ ਵੱਡਾ ਨੁਕਸਾਨ ਲੋਕਾਂ ਦਾ ਪੰਜਾਬ 'ਚ ਕੀਤਾ। ਉਹਦੇ ਨਾਲ ਡੈਥ ਰੇਟ ਵੀ ਵਧਿਆ ਸੀਗਾ। ਪਰ ਜਦੋਂ ਤੋਂ ਸਾਡੀ ਸਰਕਾਰ ਨੇ ਪੂਰਾ ਚਤੰਨ ਹੋ ਕੇ CM ਸਾਹਿਬ ਨੇ ਇਹਦਾ ਪਰਸਨਲੀ ਇੰਟਰਸਟ ਲਿਆ ਵੀ ਜਿਹੜੇ ਬੰਦੇ ਇੱਦਾਂ ਦਾ ਪ੍ਰਚਾਰ ਕਰਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਖੇਤੀਬਾੜੀ ਬਿੱਲ ਦਾ ਵਿਰੋਧ ਲਗਾਤਾਰ ਪੰਜਾਬ ਦੀ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਇੰਨਾ ਨਹੀਂ, ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਭਗਵੰਤ ਮਾਨ ਵੱਲੋਂ ਲਗਾਤਾਰ ਖੇਤੀ ਬਿੱਲ ਦਾ ਕਈ ਦਿਨਾਂ ਤੋਂ ਆਪਣੇ ਹੀ ਅੰਦਾਜ਼ ਵਿੱਚ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਵੀ ਖੇਤੀ ਸੁਧਾਰ ਬਿੱਲ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅਕਾਲੀ ਦਲ ਦੇ ਨਾਲ ਕਾਂਗਰਸ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਤਾਂ ਇਹ ਆਰਡੀਨੈਂਸ ਪਾਸ ਵੀ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵੀ ਇਸ ਮੁੱਦੇ ਤੇ ਪਹਿਲਾਂ ਵੀ ਕਦਮ ਨਹੀਂ ਚੁੱਕਿਆ ਗਿਆ ਅਤੇ ਅਕਾਲੀ ਦਲ ਤੱਕ ਖੁਦ ਇਸ ਦੀ ਸ਼ਲਾਘਾ ਕਰਦਾ ਰਿਹਾ ਹੈ, ਪਰ ਹੁਣ ਅਸਲੀਅਤ ਸਭ ਦੇ ਸਾਹਮਣੇ ਹੈ। ਬਹੁਤ ਹੀ ਦੁਖਦਾਈ ਗੱਲ ਹੈ ਕਿ ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ। ਮਰ ਹੀ ਚੁੱਕਿਆ ਕਿਸਾਨ ਵਿਚਾਰਾ ਹੁਣ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਆ ਗਿਆ। ਪਰ ਇਹ ਆਮ ਆਦਮੀ ਪਾਰਟੀ ਇੱਥੇ ਕਾਂਗਰਸ ਸਰਕਾਰ ਬਿੱਲ ਦਾ ਵਿਰੋਧ ਕਰ ਰਹੀ ਸੀ ਕਿ MSP ਖਤਮ ਹੋਣ ਦੇ ਨਾਲ ਅਸੀਂ ਬੁਰੀ ਤਰ੍ਹਾਂ ਖਤਮ ਹੋ ਜਾਵਾਂਗੇ। ਕੱਲ੍ਹ ਮੈਂ ਹੁਸ਼ਿਆਰਪੁਰ ਫਗਵਾੜਾ ਜਾ ਕੇ ਆਈ ਹਾਂ, ਜਿੱਥੇ ਕਿਸਾਨ ਮੱਕੀ ਲੈ ਕੇ ਮੰਡੀਆਂ 'ਚ ਬੈਠੇ ਆ। ਮੱਕੀ ਦਾ MSP ਦਾ ਰੇਟ 1870 ਰੁਪਏ ਹੈ। ਉਹ ਕਹਿੰਦੇ ਸਾਨੂੰ 600 ਤੋਂ ਲੈ ਕੇ 1000 ਰੁਪਏ ਤੱਕ ਵੇਚਣ ਲਈ ਮਜਬੂਰ ਕੀਤਾ ਜਾਂਦਾ। ਅਸੀਂ ਕਿੰਨੇ ਦਿਨਾਂ ਤੋਂ ਬੈਠੇ ਹਾਂ। ਇੱਕ ਤਾਂ ਜਿਹੜੀ ਕਾਂਗਰਸ ਵਿਰੋਧ ਕਰ ਰਹੀ ਹੈ ਇੱਥੇ MSP ਖਤਮ ਹੋਣ ਦਾ, ਕਿ ਕੈਪਟਨ ਸਰਕਾਰ ਨੂੰ ਇਹ ਨਹੀਂ ਪਤਾ ਮੇਰੀ ਅੱਜ ਦੀਆਂ ਮੰਡੀਆਂ ਦੇ ਵਿੱਚ ਮੱਕੀ ਦਾ ਭਾਅ MSP ਦੀਆਂ ਧੱਜੀਆਂ ਉਡਾ ਰਿਹਾ। ਅਤੇ ਦੂਸਰੀ ਗੱਲ, ਅੱਜ ਮੋਦੀ ਸਾਹਿਬ ਦਾ ਟਵੀਟ ਸੀ ਕਿ MSP ਖਤਮ ਨਹੀਂ ਹੋਈ। ਜੇ ਖਤਮ ਨਹੀਂ ਹੋਈ ਤਾਂ ਉਹ ਮੌਜੂਦਾ ਕਿਸਾਨਾਂ ਨੂੰ ਹੱਕ ਕਿਉਂ ਨਹੀਂ ਮਿਲ ਰਿਹਾ? ਅੱਜ ਲੋਕ ਸਭਾ ਦੇ ਵਿੱਚ, ਵਿਧਾਨ ਸਭਾ, ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਇਆ। ਅੱਜ ਸਾਡੇ 3 ਆਮ ਆਦਮੀ ਪਾਰਟੀ ਦੇ ਉੱਥੇ ਰਾਜ ਸਭਾ ਮੈਂਬਰਾਂ ਨੇ ਧੱਜੀਆਂ ਉਡਾਤੀਆਂ। ਇਹ ਸਰਕਾਰ ਨੂੰ ਦੱਸਦਾ ਵੀ ਜੇ ਵਿਰੋਧੀਆਂ ਦੀ ਜ਼ੁਬਾਨ ਤਾਕਤਵਰ ਹੋਵੇ ਤਾਂ ਉਹ ਕੁਛ ਕੀ ਨਹੀਂ ਕਰ ਸਕਦੀ। ਸਾਡਾ MP ਇਕੱਲਾ ਭਗਵੰਤ ਮਾਨ ਲੋਕ ਸਭਾ ਦੇ ਵਿੱਚ ਗੱਜਿਆ, ਜਿਹਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਅਲਰਟ ਕਰਤਾ ਉਹ ਲੁੱਟੇ ਗਏ ਆਪਾਂ ਤਾਂ। ਜੇ ਇਹ ਬਿੱਲ ਆ ਗਿਆ ਆਪਣਾ ਘਰ-ਦਰ ਸਭ ਖਤਮ ਹੋ ਜਾਏਗਾ, ਪੰਜਾਬ ਖਤਮ ਹੋ ਜਾਏਗਾ, ਉੱਠ ਕੇ ਬੋਲੋ। ਉਹੀ ਅਕਾਲੀ ਦਲ ਉਦੋਂ ਲਾਭ ਗਿਣਾ ਰਿਹਾ ਸੀ ਤੇ ਕਾਂਗਰਸ ਇੱਥੇ ਵਿਰੋਧ ਕਰ ਰਹੀ ਸੀ। ਉੱਥੇ 6 ਮੈਂਬਰੀ ਕਮੇਟੀ ਦੇ ਵਿੱਚ ਕੈਪਟਨ ਸਾਹਿਬ ਸਾਈਨ ਕਰ ਰਹੇ ਸੀ। ਅੱਜ ਜੇ ਆਪਣੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਇਹ ਇੱਕ ਮੰਚ ਤੇ ਇਕੱਠੇ ਹੋ ਕੇ ਵਿਰੋਧ ਕਰਦੇ, ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ ਸਰਬ ਸਾਂਝੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੁੰਦੇ ਤਾਂ ਮੈਨੂੰ ਲੱਗਦਾ ਸਰਕਾਰ ਅੱਜ ਬਿੱਲ ਪਾਸ ਕਰਨ ਤੋਂ ਡਰ ਜਾਂਦੀ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੋੜੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਬੀਤੀ ਦੇਰ ਸ਼ਾਮ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮਨਪ੍ਰੀਤ ਕੌਰ ਦਾ ਪਤੀ ਵਿਦੇਸ਼ ਪੋਲੈਂਡ ਵਿੱਚ ਰਹਿੰਦਾ ਸੀ, ਜਦਕਿ ਮਨਪ੍ਰੀਤ ਸਹੁਰੇ ਪਰਿਵਾਰ ਕੋਲ ਰਹਿ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਬੀਤੀ ਸ਼ਾਮ 8 ਵਜੇ ਦੇ ਕਰੀਬ ਘਰੋਂ ਸੈਰ ਲਈ ਨਿਕਲੀ ਸੀ ਅਤੇ 1 ਘੰਟੇ ਬਾਅਦ ਉਸ ਨਾਲ ਕੋਈ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮ੍ਰਿਤਕ ਮਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਮਨਪ੍ਰੀਤ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ, ਜਦਕਿ ਮਨਪ੍ਰੀਤ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਨਹੀਂ ਹੈ, ਜਿਸ ਲਈ ਉਹ ਜਾਂਚ ਦੀ ਮੰਗ ਕਰ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੀ ਐਕਸੀਡੈਂਟ ਹੋਇਆ, ਬਾਹਰ ਨੂੰ ਸੈਰ ਕਰਨ ਗਈ, ਐਕਸੀਡੈਂਟ ਹੋਇਆ। ਅੱਛਾ, ਤੁਹਾਡੀ ਕੀ ਲੱਗਦੇ ਨੇ? 9 ਲੱਗਦੀ ਹੈ। ਅੱਛਾ, ਕਿੰਨੇ ਵਜੇ ਦੀ ਗੱਲ ਜੀ? 8 ਵਜੇ ਦੀ ਗੱਲ। ਅੱਛਾ, ਤੇ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ? ਅਸੀਂ ਜੀ ਬਾਹਰ ਨੂੰ ਨਿਕਲੇ ਵੇਖਣ ਕਿ ਕਿੱਥੇ ਗਈ ਸੈਰ ਕਰਨ। ਅੱਛਾ ਅਸੀਂ ਜੀ। ਬਾਹਰ 'ਚ ਨਿਕਲੇ ਹਾਂ ਤੇ ਬਾਹਰ ਅਸੀਂ ਆਏ, ਜਦੋਂ ਅਸੀਂ ਵੇਖਿਆ ਮੋਟਰਸਾਈਕਲ ਤੇ ਗਾਂਹ ਆਏ ਆ 1.5 ਕਿਲੋਮੀਟਰ ਤੇ ਸਾਨੂੰ ਉੱਥੇ ਬੰਦੇ ਬੁੜੀਆਂ ਇਕੱਠੇ ਹੋਏ ਆ, ਉਹਨਾਂ ਸਾਨੂੰ ਦੱਸਿਆ ਵਾ ਵੀ ਐਕਸੀਡੈਂਟ ਹੋ ਗਿਆ ਵਾ, ਕੁੜੀ ਆ ਸਹੀ ਕਿੱਦਾਂ ਦੀ ਆ, ਲੀਰ ਕਲਾਂ ਦੀ ਕੁੜੀ ਆ। ਅੱਛਾ ਜੀ। ਤੇ ਉਹਨੂੰ ਐਮਰਜੈਂਸੀ 'ਚ ਪਾ ਕੇ ਤੇ ਲੈ ਗਏ। ਅੱਛਾ, ਅਸੀਂ ਉੱਥੇ ਪਿਛਾਂਹ ਮੋੜ ਆਏ, ਉੱਥੇ ਪੁਲਿਸ ਵੀ ਖਲੋਤੀ ਉਦਾਂ। ਅਸੀਂ ਨਹੀਂ ਕਿਸੇ ਨਾਲ ਗੱਲ ਨਹੀਂ ਕੀਤੀ, ਅਸੀਂ ਉਸੇ ਵੀ ਘਰ ਨੂੰ ਚਲੇ ਗਏ। ਘਰੋਂ ਨਹੀਂ ਗਏ ਗੱਡੀ ਲੈ ਕੇ ਆਪਣੀ ਘਰ ਦੀ, ਤੇ ਅਸੀਂ ਇਹਦੇ ਮਗਰ ਆ ਗਏ ਆ ਵੀ ਅਸੀਂ ਪੱਟੀ ਕਰਵਾ ਕੇ ਲੈ ਆਉਣੀ ਆ। ਤੇ ਅਸੀਂ ਜਾਣ ਕੇ ਵੇਖੀ ਆ ਤੇ ਹੁਣ ਮੁੱਕੀ ਆ। ਸਾਨੂੰ ਨਹੀਂ ਪਤਾ ਵੀ ਗੱਲਾਂ ਸਾਹ ਲਿਆ ਵਾ, ਐਕਸੀਡੈਂਟ ਹੁੰਦਿਆਂ ਗੱਲ ਕੀਤੀ ਆ ਕਿ ਨਹੀਂ। ਸਾਨੂੰ ਉੱਥੇ ਫੋਨ ਗਿਆ ਹੁਣ 8:30 ਵਜੇ ਪੌਣੇ 9 ਵਜੇ ਤੇ ਇੱਦਾਂ ਸ਼ਾਇਦ ਕਰਨ ਗਏ, ਉਹ ਲੱਭੀ ਨਹੀਂ। ਉਹ ਕੋਈ ਇਹਨਾਂ ਦੇ ਬਿਆਨ ਤੇ ਇਹ ਵੀ ਕਦੇ ਅਸੀਂ 3 ਜਾਣੀਆਂ, ਕਦੀ ਇਹ ਮਤਲਬ ਅਸੀਂ ਬਾਹਰ ਨੂੰ ਗਈ ਆ, ਅਸੀਂ ਸਾਨੂੰ ਲੱਭੀ ਨਹੀਂ, ਅਸੀਂ ਲੱਭਦੇ ਰਹੇ ਹਾਂ। ਐਕਸੀਡੈਂਟ ਹੋਇਆ ਵਾ ਮੁੜ ਕੇ, ਤੇ ਇਹਨੇ ਐਕਸੀਡੈਂਟ ਨਹੀਂ ਦੱਸਿਆ ਉਦੋਂ, ਵੈਸੇ ਵੀ ਐਕਸੀਡੈਂਟ ਹੋ ਚੁੱਕਾ, ਉਹਨੂੰ ਪਤਾ ਨਹੀਂ ਕੀ ਹੋਇਆ। ਇਹਦੀ ਨਹੁੰ ਦੇ ਵੱਡੀ ਦੇ ਬਿਆਨ, ਅਸੀਂ ਉਦੋਂ ਫੜੀ ਗੱਡੀ ਤੇ ਅਸੀਂ ਹੈਗਾ ਉੱਥੇ ਇਹਦਾ ਨਾਂ ਹਸਪਤਾਲ ਦਾ ਲਿਆ, ਪੈਸੇ ਲਿਆ ਗਏ ਨੇ, ਤੇ ਅਸੀਂ ਉਦੋਂ ਫੜੀ ਗੱਡੀ ਤੇ ਅਸੀਂ ਫਿਰ ਇਹਨੂੰ ਭੱਜੇ ਆਏ ਤੇ ਮੇਲਾ ਮੌਕਿਆ ਦੇ ਚੌਕੀ। ਹੁਣ ਇਹ ਪਤਾ ਤੇ ਇਹਨਾਂ ਦੇ ਕੋਲ ਸੀ, ਇਹਨਾਂ ਨੂੰ ਪਤਾ। ਹੁਣ ਸਾਡੇ ਤਾਂ ਇੱਕ ਵਿਚਾਰੇ ਅਸੀਂ ਬੈਠੇ ਹਨ ਮਾਨ ਨਾਲ ਉੱਥੇ। ਕੀ ਸਮਝਦੇ ਹੋ ਕੀ ਹੋਇਆ ਹੋਏਗਾ, ਕਿਸ ਤਰ੍ਹਾਂ ਹਾਦਸਾ ਹੈ? ਹਾਦਸਾ ਹੁਣ ਤੂੰ ਮੈਂ ਤੈਨੂੰ ਕੀ ਦੱਸਾਂ। ਹਾਦਸਾ ਇਹ ਹੀ ਕਈ ਇਹਦਾ ਜਿਹੜਾ ਬੰਦਾ ਉਹ ਰਹਿੰਦਾ ਬਾਹਰ, ਠੀਕ ਹੈ, ਇਹਨਾਂ ਘਰਦਿਆਂ ਨਾਲ ਉਹੋ ਜਿਹੀ ਜਿਹੜੀ ਗੱਲ ਆ ਵੀ ਨਾ ਤੇ ਇਹਨੂੰ ਕੋਈ ਬਣਦੀ ਤੇ ਨਾ ਕੁੰਦੇ ਕੋਲ ਦੱਸ, ਤੇ ਨਾ ਹੁਣ ਕੱਲ੍ਹ ਦੀ ਗਈ ਤੇ ਕੋਈ ਕਿਸੇ ਨੇ ਕਵਾਇਆ ਨਹੀਂ, ਕੋਈ ਬੋਲਿਆ ਨਹੀਂ। ਸੜੀ ਬਲਡੀ ਨੇ ਹੋਇਆ ਐਕਸੀਡੈਂਟ ਆਪ ਕਰ ਲਿਆ ਕਿ ਜਾਂ ਕਿੱਦਾਂ ਬੱਚਾ। ਮੈਂ ਹੁਣ ਕੀ ਕਹਿ ਸਕਦਾ, ਜ਼ਿਆਦਾ ਕੀ ਕਹਿ ਸਕਦਾ। ਹੁਣ ਉਹ ਜੇ ਪਤਾ ਦੇਖਿਆ ਜੀ ਜਦੋਂ, ਤੇ ਇਹ ਆ ਵੀ ਹੁਣ ਮੈਨੂੰ ਫੋਨ ਦੁਪਹਿਰੇ ਕੀਤਾ, ਡੈਡੀ ਅਗਲ ਮੈਂ ਕਿਹਾ ਵੀ ਮੈਂ ਆਵਾਂ, ਆਂਦੀ ਵੀ ਡੈਡੀ ਨਾ ਆਈ। ਇਹਨੇ ਘਰੇ ਇਹਦੇ ਚ ਕੀ ਮਨ ਚ ਧਾਰੀ ਕੀ ਕਰੇ। ਮੈਂ ਪੁੱਤ ਮੈਂ ਆ ਕੇ ਤੈਨੂੰ ਲੈ ਜਾਣਾ, ਕੱਲ ਗਈ ਹੈ ਤਾਂ ਅੱਜ ਦੀ ਮੌਤ ਹੋ ਗਈ। ਮਨਪ੍ਰੀਤ ਜੀ ਆਪਣਾ ਐਂਬੂਲੈਂਸ ਵਿੱਚ 108 ਭੇਜੀ ਸੀ। ਹੁਣ ਡਾਕਟਰ ਸਾਹਿਬ ਤੋਂ ਪਤਾ ਕਰਕੇ ਇਹਦੇ ਮੌਤ ਦੇ ਕਾਰਨ ਕੀ ਆ ਤੇ ਉਹ ਤੁਹਾਨੂੰ ਦੱਸ ਦਿੰਦਾ। ਇੰਸਪੈਕਟਰ ਸਾਹਿਬ, ਤੁਹਾਨੂੰ ਕੋਈ ਸੂਚਨਾ ਮਿਲੀ ਸੀ ਕੋਈ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਇਹਦੇ ਬਾਰੇ? ਸਾਨੂੰ ਐਕਸੀਡੈਂਟ ਜਾਂ ਉੱਦਾਂ ਕੋਈ ਸੂਚਨਾ ਨਹੀਂ ਮਿਲੀ। ਅੱਛਾ, ਤੇ ਇਹਦੇ ਘਰਦਿਆਂ ਨੇ ਕੀ ਕਿਹਾ ਜੀ? ਇਹਨੇ ਅਜੇ ਬਿਆਨ ਲਿਖਣੇ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਮਨਾਇਆ ਗਿਆ। ਹਾਲਾਂਕਿ ਸ਼੍ਰੀ ਹਰਿਮੰਦਰ ਸਾਹਿਬ ਸਮੇਤ ਭਾਰਤ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ 12 ਸਤੰਬਰ ਨੂੰ ਮਨਾਇਆ ਗਿਆ ਸੀ। PSGPC ਅਤੇ ਇਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਵੱਲੋਂ ਸਾਂਝੇ ਤੌਰ ਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਏ ਗਏ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ 20 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਾਏ ਜਾਣ ਉਪਰੰਤ ਅੱਜ ਭੋਗ ਪਾਏ ਗਏ। ਇਸ ਦੌਰਾਨ 3 ਦਿਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲਗਾਤਾਰ ਧਾਰਮਿਕ ਸਮਾਗਮ ਜਾਰੀ ਰਹੇ। ਅੱਜ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਤੇ ਅਰਦਾਸ ਉਪਰੰਤ 5 ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ 25 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰੇ ਪੰਜਾਬ ਵਿੱਚ 3 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨਾਲ ਹੋਈ ਵਰਚੁਅਲ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਤੋਂ 29 ਸਤੰਬਰ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਭਰ ਦਾ ਦੌਰਾ ਕਰਕੇ ਜ਼ਮੀਨੀ ਪੱਧਰ ਤੇ ਜਾ ਕੇ ਇਹਨਾਂ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨਗੇ ਅਤੇ ਇਹਨਾਂ ਕਾਨੂੰਨਾਂ ਨਾਲ ਕਿਸਾਨੀ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ ਉਸ ਸੰਬੰਧੀ ਵਰਕਰਾਂ ਨੂੰ ਜਾਣੂ ਕਰਾਉਣਗੇ। ਚੀਮਾ ਨੇ ਦੱਸਿਆ ਕਿ 1 ਅਕਤੂਬਰ ਨੂੰ 3 ਤਖ਼ਤਾਂ ਤੋਂ ਅਰਦਾਸ ਕਰਨ ਉਪਰੰਤ ਪਾਰਟੀ ਆਗੂਆਂ, ਵਰਕਰਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਮੁਹਾਲੀ ਦੀ ਦੁਸਹਿਰਾ ਗਰਾਊਂਡ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਇੱਕ ਵਰਚੁਅਲ ਮੀਟਿੰਗ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਨਾਲ ਹੋਈ ਹੈ, ਜਿਹਦੇ ਵਿੱਚ
ਇਹ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਜਿਹੜਾ ਉਹ ਕੀਤਾ ਜਾਏ। ਹਰ ਹਲਕੇ ਦੇ ਵਿੱਚ ਸਾਡੇ ਸੀਨੀਅਰ ਆਗੂ, ਸਾਡੇ ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਬਾਕੀ ਸਾਰੇ ਸਹਿਯੋਗੀ 3 ਘੰਟੇ ਸ਼ਾਂਤਮਈ ਤਰੀਕੇ ਦੇ ਨਾਲ ਚੱਕਾ ਜਾਮ ਜਿਹੜਾ ਉਹ ਕਰਨਗੇ। ਉਸ ਤੋਂ ਬਾਅਦ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 4 ਦਿਨ ਲਗਾਤਾਰ ਪ੍ਰਧਾਨ ਸਾਹਿਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੂਰ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਹਨਾਂ ਖੇਤੀ ਕਾਨੂੰਨਾਂ ਦਾ ਜੋ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਰਕਰ ਨੂੰ ਜਾਣੂ ਕਰਾਉਣਗੇ ਔਰ ਫਿਰ 1 ਤਰੀਕ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਪੰਜਾਬ ਚੋਂ ਤਿੰਨਾਂ ਤਖਤਾਂ ਤੋਂ ਅਰਦਾਸ ਕਰਕੇ ਸਾਰੇ ਸਾਡੇ ਆਗੂ, ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਸਾਥੀ 1 ਤਰੀਕ ਨੂੰ ਚੱਲਣਗੇ ਔਰ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚਣਗੇ, ਜਿੱਥੋਂ ਫਿਰ ਗਵਰਨਰ ਸਾਹਿਬ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ, ਜਿਹਦੇ ਵਿੱਚ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜਿਹੜੀ ਆ ਉਹ ਅਪੀਲ ਕੀਤੀ ਜਾਏਗੀ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।